Good morning, students. Now we will discuss the topic number 4th of 17th chapter. ਅੱਜ ਆਪਾਂ ਡਿਸਕਸ ਕਰਨਾ ਕਿ ਮੇਨ ਫੀਚਰਸ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ। ਕਹਿੰਦੇ ਜਦੋਂ ਆਪਣੇ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਉਦੋਂ ਆਪਣੀ ਭਾਰਤ ਦੀ ਅਰਥ ਵਿਵਸਥਾ ਦੀ ਹਾਲਤ ਕਿਹੋ ਜਿਹੀ ਸੀ, ਉਹਦੇ ਵਿੱਚ ਕਿਹੜੇ ਫੀਚਰਸ ਪਾਏ ਜਾਂਦੇ ਸੀ। ਠੀਕ ਹੈ, ਭਾਰਤ ਦੀ ਆਜ਼ਾਦੀ ਸਮੇਂ ਦੀ ਅਰਥ ਵਿਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਉਹ ਅੱਜ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਕੀ ਆ ਕਿ ਅੰਡਰ ਡਿਵੈਲਪਡ ਇਕੋਨਮੀ। ਕਹਿੰਦੇ ਜਦੋਂ ਆਪਣੇ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਉਦੋਂ ਉਹਦੀ ਜਿਹੜੀ ਇਕੋਨਮੀ ਸੀ ਉਹ ਅੰਡਰ ਡਿਵੈਲਪਡ ਸੀ, ਮਤਲਬ ਅਵਿਕਸਿਤ ਸੀ, ਉਹਦਾ ਕੋਈ ਵੀ ਵਿਕਾਸ ਨਹੀਂ ਹੋਇਆ ਸੀ। ਉਹਦੀ ਪਰ ਕੈਪੀਟਲ ਇਨਕਮ ਬਹੁਤ ਜ਼ਿਆਦਾ ਘੱਟ ਸੀ। ਕਹਿੰਦੇ ਆਪਾਂ ਕਹਿ ਸਕਦੇ ਹਾਂ ਕਿ 47-48 ਦੇ ਵਿੱਚ ਉਹਦੀ ਪ੍ਰਤੀ ਵਿਅਕਤੀ ਆਮਦਨ 230 ਰੁਪਏ ਸੀ ਸਿਰਫ, ਕਿਉਂਕਿ ਜਿਹੜਾ ਐਗਰੀਕਲਚਰ ਉਹ ਲੋਕਾਂ ਦਾ ਮੇਨ ਆਕੂਪੇਸ਼ਨ ਸੀ, ਇਸੇ ਨਾਲ ਹੀ ਗੁਜ਼ਾਰਾ ਕਰਦੇ ਸੀਗੇ। ਠੀਕ ਹੈ, ਇਸ ਤੋਂ ਬਿਨਾਂ ਕੀ ਆ ਉਹਦੇ ਵਿੱਚ ਪਾਵਰਟੀ ਸੀ, ਠੀਕ ਹੈ, ਗਰੀਬੀ ਸੀ, ਅਨਇੰਪਲੋਇਮੈਂਟ ਸੀ, ਬੇਰੁਜ਼ਗਾਰੀ ਸੀ ਤੇ ਅਨਪੜ੍ਹਤਾ ਸੀ। ਠੀਕ ਹੈ, ਤਾਂ ਕਰਕੇ ਜਿਹੜੀ ਇਕੋਨਮੀ ਆ ਉਹ ਅੰਡਰ ਡਿਵੈਲਪਡ ਇਕੋਨਮੀ ਸੀਗੀ। ਇਸ ਤੋਂ ਅੱਗੇ ਕੀ ਹੈ ਇਕਨੋਮਿਕ ਸਟੈਗਨੇਸ਼ਨ। ਠੀਕ ਹੈ, ਸਟੈਗਨੇਸ਼ਨ ਹੁੰਦਾ ਮਤਲਬ ਵੀ ਉਹਦੇ ਵਿੱਚ ਸਥਿਰਤਾ ਸੀਗੀ, ਕਿਸੇ ਤਰ੍ਹਾਂ ਦਾ ਕੋਈ ਵੀ ਚੀਜ਼ ਨਹੀਂ ਪਾਇਆ ਜਾਂਦਾ ਸੀ। ਅਰਥ ਵਿਵਸਥਾ ਦੇ ਵਿੱਚ ਦਾ ਸਥਿਰ ਹੋਣਾ ਮਤਲਬ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵਿਕਾਸ ਨਹੀਂ ਹੋਇਆ। ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਵੀ ਪਰ ਕੈਪੀਟਲ ਇਨਕਮ ਜਿਹੜੀ ਕਿ ਬਹੁਤ ਜ਼ਿਆਦਾ ਲੋ ਸੀ। ਠੀਕ ਹੈ, 1860 ਤੋਂ ਲੈ ਕੇ 1945 ਤੱਕ ਕਹਿੰਦੇ 0.5% ਸੀ, ਤੇ ਫਿਰ ਕਹਿੰਦੇ 1925 ਤੋਂ 1950 ਤੱਕ ਇਹ 0.1 ਸੀ, ਜੋ ਕਿ ਇਹਦੀ ਗਰੋਥ ਜਿਹੜੀ ਬਿਲਕੁਲ ਵੀ ਨਹੀਂ ਹੋਈ ਸੀ। ਤਾਂ ਕਰਕੇ ਜਿਹੜੀ ਇਹਦੀ ਅਰਥ ਵਿਵਸਥਾ ਇੱਕ ਸਥਿਰ ਅਰਥ ਵਿਵਸਥਾ ਬਣ ਗਈ ਸੀ। ਇਸ ਤੋਂ ਬਿਨਾਂ ਜਿਹੜੀ ਐਗਰੀਕਲਚਰ ਬੈਕਵਰਡਨੈਸ ਸੀਗੀ, ਖੇਤੀ ਦੇ ਵਿੱਚ ਪਛੜਾਪਨ ਸੀ। ਕਹਿੰਦੇ ਖੇਤੀ ਦੇ ਵਿੱਚ ਇਰੀਗੇਸ਼ਨ ਦੇ ਲਈ, ਉਹਦੀ ਸਿੰਚਾਈ ਦੇ ਲਈ ਸਿਰਫ ਇੱਕ ਹੀ ਸਾਧਨ ਸੀ ਰੇਨ। ਉਹ ਕੀ ਸੀ, ਕਿਹਦੇ ਤੇ ਡਿਪੈਂਡ ਕਰਦਾ ਸੀ, ਸਿਰਫ ਜਿਹੜੀ ਵਰਖਾ ਵਗੈਰਾ ਹੁੰਦੀ ਸੀ। ਠੀਕ ਹੈ, ਮੀਂਹ ਵਗੈਰਾ ਤੇ ਕੀ ਆ ਖੇਤੀ ਕੀਤੀ ਜਾਂਦੀ ਸੀ ਓਨਲੀ। ਠੀਕ ਹੈ, ਇਸ ਤੋਂ ਬਿਨਾਂ ਕੀ ਜ਼ਿਮੀਂਦਾਰੀ ਪ੍ਰਥਾ ਪਾਈ ਜਾਂਦੀ ਸੀ। ਇਸ ਤੋਂ ਅੱਗੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਆਪਣੇ ਦੇਸ਼ ਨੂੰ ਆਜ਼ਾਦੀ ਮਿਲੀ, ਠੀਕ ਹੈ, 47 ਤੇ 48 ਦੇ ਵਿੱਚ, ਉਦੋਂ ਜਿਹੜੇ ਆਪਣੇ ਅਨਾਜ ਦੀ ਪੈਦਾਵਾਰ ਕਿੰਨੀ ਸੀਗੀ, 527 ਲੱਖ ਟਨਸ ਸੀ। ਠੀਕ ਹੈ, ਫੂਡ ਗ੍ਰੇਨਸ ਜਿਵੇਂ ਜਿਹਨੂੰ ਅਨਾਜ ਕਿਹਾ ਜਾਂਦਾ ਉਹ ਇੰਨੇ ਲੱਖ ਟਨ ਹੀ ਉਗਾਇਆ ਜਾਂਦਾ ਸੀ। ਇਸ ਤੋਂ ਅੱਗੇ ਕੀ ਆ ਜਿਹੜਾ ਬੈਕਵਰਡ ਇਨਫਰਾਸਟ੍ਰਕਚਰ, ਜਿਹੜਾ ਪਿਛੜਿਆ ਹੋਇਆ ਬੁਨਿਆਦੀ ਢਾਂਚਾ ਸੀ। ਠੀਕ ਹੈ, ਆਪਾਂ ਨੂੰ ਪਤਾ ਵੀ ਇਨਫਰਾਸਟ੍ਰਕਚਰ ਦੇ ਵਿੱਚ ਟਰਾਂਸਪੋਰਟ ਆ ਜਾਂਦੀ ਹੈ, ਪਾਵਰ ਆਫ ਐਨਰਜੀ ਆ ਜਾਂਦੀ ਹੈ, ਕਮਿਊਨੀਕੇਸ਼ਨ ਸੰਚਾਰ ਆ ਜਾਂਦਾ। ਠੀਕ ਹੈ, ਇਹਦਾ ਕੀ ਆ ਜਿਹੜਾ ਇਹ ਬਹੁਤ ਸਾਰੇ ਸਾਧਨ ਹੀ ਬਹੁਤ ਜ਼ਿਆਦਾ ਪਛੜੇ ਹੋਏ ਸੀ। ਇਸ ਤੋਂ ਬਿਨਾਂ ਕੀ ਆ ਜਿਹੜੇ ਕਮਰਸ਼ੀਅਲ ਬੈਂਕਸ ਸੀ ਉਹਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਘੱਟ ਸੀ। ਇਸ ਤੋਂ ਅੱਗੇ ਕੀ ਆ ਜਿਹੜਾ ਇੰਡਸਟਰੀਅਲ ਬੈਕਵਰਡਨੈਸ ਪਾਈ ਜਾਂਦੀ ਸੀ, ਉਦਯੋਗਿਕ ਪਛੜਾਪਨ ਸੀ, ਕਿਉਂਕਿ ਆਪਣੇ ਦੇਸ਼ ਵਿੱਚ ਜਿਹੜੀਆਂ ਬੇਸਿਕ ਗੁੱਡਸ ਬਣਾਉਣ ਵਾਲੀਆਂ ਇੰਡਸਟਰੀ ਸੀਗੀ, ਇਹ ਉਦਯੋਗ ਸੀ, ਇਹ ਵੀ ਬਿਲਕੁਲ ਕੀ ਆ ਐਬਸੈਂਟ ਸੀ, ਮਤਲਬ ਇਹਨਾਂ ਦਾ ਵੀ ਵਿਕਾਸ ਨਹੀਂ ਹੋਇਆ ਸੀ। ਇਹ ਕਿਸੇ ਵੀ ਤਰ੍ਹਾਂ ਦੀ ਕੀ ਆ ਜਿਹੜੇ ਇੰਡਸਟਰੀਜ਼ ਨਹੀਂ ਲਗਾਈਆਂ ਗਈਆਂ ਸੀ, ਨਾ ਹੀ ਇਹਦੇ ਵੱਲ ਕਿਸੇ ਨੇ ਧਿਆਨ ਦਿੱਤਾ। ਇਸ ਤੋਂ ਅੱਗੇ ਕੀ ਆ ਲੋ ਰੇਟ ਆਫ ਕੈਪੀਟਲ ਫਾਰਮੇਸ਼ਨ। ਕੈਪੀਟਲ ਫਾਰਮੇਸ਼ਨ ਕੀ ਹੁੰਦਾ ਕਿ ਜਿਹੜੀ ਕੈਪੀਟਲ ਨੂੰ ਵੱਧ ਤੋਂ ਵੱਧ ਪ੍ਰੋਡਿਊਸ ਕਰਨਾ, ਪੈਦਾ ਕਰਨਾ, ਵੀ ਉਹਦੇ ਸਾਧਨ ਪੈਦਾ ਕਰਨੇ। ਕਹਿੰਦੇ ਪੂੰਜੀ ਗਠਨ ਦੀ ਘੱਟ ਦਰ। ਠੀਕ ਹੈ, ਕਹਿੰਦੇ ਰੇਟ ਆਫ ਕੈਪੀਟਲ ਫਾਰਮੇਸ਼ਨ ਵਾਜ਼ ਵੈਰੀ ਲੋ। ਕਹਿੰਦੇ ਇਹ ਬਹੁਤ ਜ਼ਿਆਦਾ ਘੱਟ ਸੀ। ਕਹਿੰਦੇ ਗਵਰਨਮੈਂਟ ਜਿਹੜਾ ਕੰਟਰੀਬਿਊਸ਼ਨ ਪਾਉਂਦੀ ਸੀ ਕੈਪੀਟਲ ਫਾਰਮੇਸ਼ਨ ਦੇ ਵਿੱਚ ਓਨਲੀ ਕਿੰਨਾ 20% ਸੀ। ਠੀਕ ਹੈ, ਤੇ ਬਾਕੀ ਜਿਹੜਾ 80% ਹਿੱਸਾ ਸੀ ਉਹ ਪ੍ਰਾਈਵੇਟ ਸੈਕਟਰ ਦੁਆਰਾ ਪਾਇਆ ਜਾਂਦਾ ਸੀ। ਇਸ ਤੋਂ ਅੱਗੇ ਕੀ ਆ ਪ੍ਰੋਬਲਮਸ ਰਿਲੇਟਡ ਟੂ ਦਾ ਪੋਪੂਲੇਸ਼ਨ, ਜਨਸੰਖਿਆ ਦੇ ਨਾਲ ਸੰਬੰਧਿਤ ਸਮੱਸਿਆਵਾਂ। ਕਹਿੰਦੇ ਜਦੋਂ ਕਿਸੇ ਦੇਸ਼ ਦੀ ਜਨਸੰਖਿਆ ਵੱਧ ਜਾਂਦੀ ਹੈ ਤੇ ਉਹ ਆਪਦੇ ਨਾਲ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਆ, ਜਿਵੇਂ ਕੀ ਆ ਆਪਣੇ ਹੈਲਥ, ਠੀਕ ਹੈ, ਐਜੂਕੇਸ਼ਨ ਫੈਸਿਲਿਟੀਜ਼ ਜੋ ਕਿ ਆਪਣੇ ਦੇਸ਼ ਵਿੱਚ ਬਹੁਤ ਜ਼ਿਆਦਾ ਘੱਟ ਸੀ। ਇਸ ਨਾਲ ਕੀ ਆ ਹੋਰ ਵੀ ਬਹੁਤ ਜ਼ਿਆਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਜਨਮ ਦਿੱਤਾ। ਸੋ ਆਪਾਂ ਕਹਿ ਸਕਦੇ ਹਾਂ ਕਿ ਸੋ ਇੰਡੀਆ ਵਾਜ਼ ਰਿਲੇਟਡ ਐਜ਼ ਵਨ ਆਫ ਦਾ ਪੂਰੈਸਟ ਕੰਟਰੀ ਇਨ ਦਾ ਵਰਲਡ। ਕਹਿੰਦੇ ਉਦੋਂ ਕੀ ਆ ਆਪਣੇ ਦੇਸ਼ ਨੂੰ ਇੱਕ ਸਾਰੇ ਸੰਸਾਰ ਦੇ ਵਿੱਚੋਂ ਕੀ ਆ ਇੱਕ ਪੂਰੈਸਟ ਕੰਟਰੀ ਦੀ ਗਿਣਤੀ ਦੇ ਵਿੱਚ ਆਉਂਦਾ ਸੀ। ਠੀਕ ਹੈ, ਉਹਨੂੰ ਕੀ ਗਿਣਿਆ ਜਾਂਦਾ ਸੀ ਵੀ ਇੱਕ ਗਰੀਬ ਦੇਸ਼ ਆ। ਇਸ ਤੋਂ ਅੱਗੇ ਆਪਾਂ ਡਿਸਕਸ ਕਰਾਂਗੇ ਕਿ ਫੋਰਨ ਟ੍ਰੇਡ ਕਿੱਦਾਂ ਦਾ ਸੀ। ਇਹਦੇ ਵਿੱਚ ਕੀ ਆ ਵਿਦੇਸ਼ੀ ਵਪਾਰ ਆਪਾਂ ਦੇਖੀਏ ਤਾਂ ਉਸ ਸਮੇਂ ਕੀ ਆ ਇੱਕ ਵਧੀਆ ਕੰਡੀਸ਼ਨ ਦੇ ਵਿੱਚ ਸੀ। ਓਨਲੀ ਵਿਦੇਸ਼ੀ ਵਪਾਰ, ਫੋਰਨ ਟ੍ਰੇਡ। ਕਹਿੰਦੇ ਵੋਲਿਊਮ ਆਫ ਟ੍ਰੇਡ ਕੀ ਸੀ, ਘਣਤਾ ਕੀ ਸੀ। ਕਹਿੰਦੇ ਆਜ਼ਾਦੀ ਦੇ ਸਮੇਂ, ਠੀਕ ਹੈ, 47 ਤੇ 48 ਦੇ ਵਿੱਚ ਕੀ ਆ ਫੋਰਨ ਟ੍ਰੇਡ ਇਨਕਰੀਜ਼ ਹੋ ਚੁੱਕਿਆ ਸੀ। ਕੁੱਲ ਕਹਿੰਦੇ ਇੰਪੋਰਟ ਤੇ ਐਕਸਪੋਰਟਸ ਨੂੰ ਮਿਲਾ ਕੇ 792 ਕਰੋੜ ਆ ਜਿਹੜਾ, ਠੀਕ ਹੈ, ਇੰਨਾ ਕੀ ਆ ਵਿਦੇਸ਼ੀ ਵਪਾਰ ਕੀਤਾ ਜਾਂਦਾ ਸੀ। ਇਸ ਤੋਂ ਬਿਨਾਂ ਕੰਪੋਜੀਸ਼ਨ ਕੀ ਆ ਇਹਦੀ
ਕੰਪੋਜੀਸ਼ਨ ਆਫ ਫੋਰਨ ਟ੍ਰੇਡ, ਇਹਦੀ ਰਚਨਾ ਕਿਵੇਂ ਆ। ਕਹਿੰਦੇ ਜਿਹੜੇ ਐਕਸਪੋਰਟਸ ਆ, ਜਿਹੜੇ ਬਾਹਰਲੇ ਕੰਟਰੀਜ਼ ਨੂੰ ਆਪਣਾ ਦੇਸ਼ ਭੇਜਦਾ ਸੀ, ਟੀ, ਕਾਟਨ, ਜੂਟ ਐਂਡ ਫੂਡ ਗ੍ਰੇਨਸ, ਤੇ ਜੋ ਮੰਗਵਾਉਂਦਾ ਸੀ ਉਹਨਾਂ ਦੇ ਵਿੱਚ ਕਾਟਨ ਟੈਕਸਟਾਈਲਸ, ਮਤਲਬ ਕਾਟਨ ਦੇ ਕੱਪੜੇ ਵਗੈਰਾ, ਠੀਕ ਹੈ, ਮੈਡੀਸਿਨ ਤੇ ਮਸ਼ੀਨਰੀ ਵਗੈਰਾ ਸੀ, ਠੀਕ ਹੈ। ਇਸ ਤੋਂ ਬਿਨਾਂ ਡਾਇਰੈਕਸ਼ਨ, ਉਹ ਕਿਹੜੀ ਦਿਸ਼ਾ ਦੇ ਵਿੱਚ ਕਿਹੜੇ ਦੇਸ਼ਾਂ ਦੇ ਨਾਲ ਵਪਾਰ ਕਰਦਾ ਸੀ। ਕਹਿੰਦੇ ਜ਼ਿਆਦਾਤਰ ਕੀ ਆ ਵਪਾਰ ਕੀ ਆ ਇੰਗਲੈਂਡ ਦੇ ਨਾਲ ਕਰਦਾ ਸੀ। ਉਹ ਆਪਣੇ ਐਕਸਪੋਰਟਸ ਦਾ 34% ਹਿੱਸਾ ਇੰਗਲੈਂਡ ਦੇ ਨਾਲ ਕਰਦਾ ਸੀ ਤੇ ਇੰਪੋਰਟ ਦਾ 31% ਹਿੱਸਾ ਕੀ ਹੈ ਇੰਗਲੈਂਡ ਦੇ ਨਾਲ ਕਰਦਾ ਸੀ। ਸੋ ਬਾਕੀ ਬਚਿਆ ਹੈ ਬਹੁਤ ਜ਼ਿਆਦਾ ਘੱਟ ਹਿੱਸਾ ਬਾਕੀ ਦੇਸ਼ਾਂ ਦੇ ਨਾਲ ਵਪਾਰ ਕਰਦਾ ਸੀ। ਇਸ ਤੋਂ ਅੱਗੇ ਕੀ ਆ ਬੈਲੈਂਸ ਆਫ ਟ੍ਰੇਡ। ਕਹਿੰਦੇ ਇੰਡੀਆ ਹੈਜ਼ ਫੇਵਰੇਬਲ ਬੈਲੈਂਸ ਆਫ ਟ੍ਰੇਡ। ਕਹਿੰਦੇ ਆਜ਼ਾਦੀ ਦੇ ਸਮੇਂ ਜਿਹੜਾ ਬੈਲੈਂਸ ਆਫ ਟ੍ਰੇਡ ਸੀ ਉਹ ਵੀ ਫੇਵਰੇਬਲ ਸੀਗਾ। ਜਿਹੜੇ ਐਕਸਪੋਰਟਸ ਆ ਉਹ ਜ਼ਿਆਦਾ ਸੀ ਇੰਪੋਰਟ ਤੋਂ, ਠੀਕ ਹੈ। ਇਸ ਤੋਂ ਬਿਨਾਂ ਇਨਫਲੇਸ਼ਨ ਦਾ ਸਾਹਮਣਾ ਆਪਣੀ ਕੰਟਰੀ ਨੇ ਸੈਕਿੰਡ ਵਰਲਡ ਵਾਰ ਦੇ ਬਾਅਦ ਕੀਤਾ, ਠੀਕ ਹੈ। ਉਦੋਂ ਦੇਖਿਆ ਵੀ ਪ੍ਰਾਈਸ ਦੇ ਵਿੱਚ ਹੌਲੀ ਹੌਲੀ ਕੀ ਆ ਰਾਈਜ਼ ਹੋਣ ਲੱਗ ਗਿਆ, ਠੀਕ ਹੈ, ਇਨਫਲੇਸ਼ਨ ਆ ਗਈ। ਇਸ ਤੋਂ ਅੱਗੇ ਦੇਖੋ ਆਪਾਂ ਇਹਦੇ ਪੋਜ਼ੀਟਿਵ ਇੰਪੈਕਟ ਆਫ ਬ੍ਰਿਟਿਸ਼ ਰੂਲ ਇਨ ਇੰਡੀਆ। ਕਹਿੰਦੇ ਜਦੋਂ ਬ੍ਰਿਟਿਸ਼ ਰੂਲ ਆਇਆ ਉਹਦੇ ਨਾਲ ਕੀ ਆ ਆਪਣੀ ਦੇਸ਼ ਉੱਤੇ ਪੋਜ਼ੀਟਿਵ ਇੰਪੈਕਟ ਵੀ ਪਏ ਤੇ ਨੈਗੇਟਿਵ ਇੰਪੈਕਟ ਵੀ ਪਏ। ਸਭ ਤੋਂ ਪਹਿਲਾਂ ਆਪਾਂ ਪੋਜ਼ੀਟਿਵ ਇੰਪੈਕਟ ਬਾਰੇ ਗੱਲ ਕਰਾਂਗੇ, ਜੋ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਜਿਵੇਂ ਕੀ ਆ ਡਿਵੈਲਪਮੈਂਟ ਆਫ ਇਨਫਰਾਸਟਰਕਚਰ, ਬੁਨਿਆਦੀ ਢਾਂਚੇ ਦਾ ਵਿਕਾਸ ਹੋ ਗਿਆ, ਠੀਕ ਹੈ। ਖੇਤੀਬਾੜੀ ਦਾ ਵਪਾਰੀਕਰਨ ਹੋਣ ਲੱਗਿਆ, ਠੀਕ ਹੈ। ਇਹਦੇ ਵਿੱਚ ਲੋਕਾਂ ਨੂੰ ਕਿਹਾ ਗਿਆ, ਕਿਸਾਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੀ ਸਿਰਫ ਕੀ ਆ ਆਪਣੀ ਰੋਜੀ ਰੋਟੀ ਲਈ ਨਾ ਖੇਤੀ ਕਰੋ, ਸਿਰਫ ਉਹਦਾ ਵਪਾਰ ਵੀ ਕਰੋ, ਠੀਕ ਹੈ। ਇਸ ਤੋਂ ਅੱਗੇ ਕੀ ਆ ਚੈੱਕ ਔਨ ਫੈਮਿਨੀਜ਼, ਮਤਲਬ ਅਕਾਲਾਂ ਉੱਤੇ ਵੀ ਨਿਯੰਤਰਣ ਕੀਤਾ ਗਿਆ। ਮਤਲਬ ਜਿਹੜੇ ਦੇਸ਼ ਦੇ ਵਿੱਚ ਕੋਈ ਵੀ ਅਕਾਲ ਵਗੈਰਾ, ਭੁੱਖਮਰੀ ਵਗੈਰਾ, ਠੀਕ ਹੈ, ਪਾਏ ਜਾਂਦੇ ਸੀ, ਉਹਨਾਂ ਨਾਲ ਕੀ ਹੋਇਆ ਜਦੋਂ ਆਪਣੇ ਦਵਾਈਆਂ ਵਗੈਰਾ ਆਉਣ ਲੱਗੀਆਂ ਬਾਹਰੋਂ, ਠੀਕ ਹੈ, ਉਹਦੇ ਨਾਲ ਕੀ ਹੈ ਇਹਨਾਂ ਤੇ ਕੰਟਰੋਲ ਹੋਇਆ। ਇਸ ਤੋਂ ਬਿਨਾਂ ਜਿਹੜਾ ਮੋਨੀਟਰੀ ਸਿਸਟਮ ਆਫ ਐਕਸਚੇਂਜ ਹੈ, ਠੀਕ ਹੈ, ਮੁਦਰਾ ਦੀ ਵਟਾਂਦਰੇ ਪ੍ਰਣਾਲੀ ਦੇ ਵਿੱਚ ਵੀ ਚੇਂਜ ਆਇਆ। ਇਹਦੇ ਵਿੱਚ ਕੀ ਚੇਂਜ ਆਇਆ, ਪਹਿਲਾਂ ਆਪਾਂ ਨੂੰ ਪਤਾ ਵੀ ਬਾਰਟਰ ਸਿਸਟਮ ਸੀ, ਠੀਕ ਹੈ। ਇਸ ਤੋਂ ਬਾਅਦ ਇੰਗਲੈਂਡ ਮਤਲਬ ਬ੍ਰਿਟਿਸ਼ ਰੂਲਸ ਆਉਣ ਤੋਂ ਬਾਅਦ ਕੀ ਹੈ ਬੈਂਕਿੰਗ ਪ੍ਰਣਾਲੀ ਆਈ, ਪੈਸੇ ਦਾ ਕੀ ਆ ਵਟਾਂਦਰਾ ਹੋਣ ਲੱਗਿਆ, ਐਕਸਚੇਂਜ ਹੋਣ ਲੱਗਿਆ। ਇਸ ਤੋਂ ਅੱਗੇ ਕੀ ਆ ਵਧੀਆ ਪ੍ਰਸ਼ਾਸਨ, ਮਤਲਬ ਇਫੈਕਟਿਵ ਐਡਮਿਨਿਸਟ੍ਰੇਸ਼ਨ ਆਉਣ ਲੱਗੀ, ਠੀਕ ਹੈ। ਇਹਦੇ ਨਾਲ ਕੀ ਹੋ ਗਿਆ ਕਿ ਆਪਣੇ ਦੇਸ਼ ਦੇ ਜਿਹੜਾ ਕਲਚਰ ਆ ਉਹਦੇ ਵਿੱਚ ਚੇਂਜ ਆ ਗਿਆ, ਠੀਕ ਹੈ। ਇਸ ਤੋਂ ਬਿਨਾਂ ਕੀ ਆ ਜਿਹੜੇ ਇਵੈਲੂਏਸ਼ਨ ਆਫ ਨਿਊ ਸੋਸ਼ਲ ਆਰਡਰ। ਐਵੋਲਿਊਸ਼ਨ ਮਤਲਬ ਨਵੀਆਂ ਜਿਹੜੀਆਂ ਸਮਾਜਿਕ ਕਹਿ ਸਕਦੇ ਹਾਂ ਆਪਾਂ ਅਵਸਥਾਵਾਂ, ਉਹਨਾਂ ਦਾ ਜਨਮ ਹੋਇਆ, ਠੀਕ ਹੈ। ਜਿਵੇਂ ਕਿ ਨਵੀਆਂ ਨੀਤੀਆਂ ਬਣ ਗਈਆਂ, ਠੀਕ ਹੈ। ਸਤੀ ਪ੍ਰਥਾ ਸੀ ਉਹ ਖਤਮ ਹੋ ਗਈ, ਜਿਹੜੀ ਬਾਲ ਵਿਆਹ ਕੀਤਾ ਜਾਂਦਾ ਸੀ ਉਹ ਤੇ ਰੋਕ ਲੱਗ ਗਈ, ਠੀਕ ਹੈ। ਵਿਧਵਾ ਵਿਆਹ ਹੋਣ ਲੱਗੇ। ਇਸ ਤੋਂ ਬਿਨਾਂ ਕੀ ਆ ਜਿਹੜੀ ਇਸਤਰੀ ਸਿੱਖਿਆ ਉਹ ਵੀ ਦੇਣੀ ਸ਼ੁਰੂ ਹੋ ਗਈ, ਠੀਕ ਹੈ। ਇਸ ਦੇ ਨਾਲ ਕੀ ਆ ਆਪਾਂ ਕਈ ਲਾਜ਼ ਬਣੇ, ਠੀਕ ਹੈ, ਤੇ ਨਿਊ ਸਿਸਟਮ ਆਫ ਐਜੂਕੇਸ਼ਨ ਹੋਇਆ। ਇਸ ਤੋਂ ਬਿਨਾਂ ਆਪਾਂ ਪੜ੍ਹਦੇ ਹਾਂ ਕਿ ਜਿਹੜੇ ਨੈਗੇਟਿਵ ਇੰਪੈਕਟ ਆ ਉਹ ਕੀ ਪਏ, ਠੀਕ ਹੈ, ਆਪਣੇ ਇੰਡੀਆ ਤੇ। ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਦੇਖੋ ਜਿਵੇਂ ਐਗਰੀਕਲਚਰ ਉਹਦੇ ਵਿੱਚ ਬੈਕਵਰਡਨੈਸ ਆ ਗਈ, ਠੀਕ ਹੈ। ਇਸ ਤੋਂ ਬਿਨਾਂ ਜਿਹੜੇ ਇੰਡਸਟਰੀਜ਼ ਸੀ ਉਹ ਪੂਰੀ ਤਰ੍ਹਾਂ ਖਤਮ ਹੋ ਗਈਆਂ। ਜਿਹੜੇ ਹੈਂਡੀਕ੍ਰਾਫਟ ਸੀਗੇ ਆਪਣੇ ਦੇਸ਼ ਦੇ, ਠੀਕ ਹੈ, ਉਹ ਪੂਰੀ ਤਰ੍ਹਾਂ ਦੇ ਨਾਲ ਕੀ ਆ ਉਹਨਾਂ ਦੇ ਲੈਵਲ ਲੋ ਹੋ ਗਿਆ ਤੇ ਖਤਮ ਹੋ ਗਏ। ਇਸ ਤੋਂ ਬਿਨਾਂ ਕੀ ਆ ਬ੍ਰਿਟਿਸ਼ ਗਵਰਨਮੈਂਟ ਦੀਆਂ ਪਾਲਿਸੀਜ਼ ਸੀ ਉਹ ਡਿਸਕ੍ਰਿਮੀਨੇਸ਼ਨ ਵਾਲੀਆਂ ਸੀ, ਭੇਦਭਾਵ ਕਰਦੇ ਸੀ ਉਹ ਆਪਣੇ ਨਾਲ। ਸੋ ਉਹਨਾਂ ਨੇ ਆਪਣੇ ਫਾਇਦੇ ਦੇ ਲਈ ਇੰਡੀਅਨ ਮਾਰਕੀਟਸ ਦੇ ਉੱਤੇ ਪੂਰੀ ਤਰ੍ਹਾਂ ਆਪਣਾ ਕਬਜ਼ਾ ਜਮਾ ਲਿਆ। ਇਸ ਤੋਂ ਬਾਅਦ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਆਪਣੇ ਦੇਸ਼ ਨੂੰ ਬ੍ਰਿਟਿਸ਼ ਗਵਰਨਮੈਂਟ ਨੇ ਇਹੋ ਜਿਹਾ ਦੇਸ਼ ਬਣਾਤਾ ਸੀਗਾ ਕਿ ਉਹ ਸਿਰਫ ਕੀ ਆ ਬ੍ਰਿਟਿਸ਼ ਜਿਹੜੇ ਰਾਜ ਆ, ਠੀਕ ਹੈ, ਉਹਨਾਂ ਨੂੰ ਸਿਰਫ ਕੀ ਆ ਰॉ ਮਟੀਰੀਅਲ ਐਕਸਪੋਰਟ ਕਰੀ ਜਾਵੇ, ਉਹਦਾ ਇੱਕ ਸਾਧਨ ਬਣਾ ਲਿਆ ਸੀ, ਠੀਕ ਹੈ। ਇਸ ਤਰ੍ਹਾਂ ਕੀ ਆ ਜਿਹੜੇ ਬ੍ਰਿਟਿਸ਼ ਪ੍ਰੋਡਕਟ ਸੀਗੇ ਉਹ ਜ਼ਿਆਦਾ ਡਿਵੈਲਪ ਹੋ ਰਹੇ ਸੀ ਆਪਣੀ ਕੰਟਰੀਜ਼ ਦੇ ਵਿੱਚ ਤੇ ਆਪਣੀ ਮਾਰਕੀਟਸ ਤੇ ਉਹਨਾਂ ਦਾ ਅਧਿਕਾਰ ਜੰਮ ਗਿਆ ਸੀ। ਇਸ ਤੋਂ ਅੱਗੇ ਕੀ ਆ ਜਿਹੜੇ ਬ੍ਰਿਟਿਸ਼ ਨੇ ਆਪਣੇ ਜਿਹੜੇ ਫੋਰਨਰ ਟ੍ਰੇਡ ਆ ਉਹਨੂੰ ਪ੍ਰਮੋਟ ਕਰਨ ਦੇ ਲਈ ਆਪਣੇ ਜਿਹੜੇ ਇੰਡੀਆ ਦੇ ਜਿਹੜੇ ਨੈਚੁਰਲ ਰਿਸੋਰਸਿਸ ਸੀਗੇ, ਠੀਕ ਹੈ, ਕੁਦਰਤੀ ਸਾਧਨ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਯੂਜ਼ ਕੀਤਾ ਤੇ ਉਹਨਾਂ ਦਾ ਕੀ ਆ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਖਤਮ ਕਰ ਦਿੱਤਾ। ਇਸ ਤੋਂ ਅੱਗੇ ਕੀ ਆ ਉਹ ਆਪਣੇ ਦੇਸ਼ ਦੇ ਜਿਹੜੇ ਲੋਕ ਸੀ ਉਹਨਾਂ ਤੇ ਹੋਮ ਚਾਰਜਸ ਲਗਾਉਂਦੇ ਸੀਗੇ, ਠੀਕ ਹੈ। ਇਸ ਤੋਂ ਬਿਨਾਂ ਕੀ ਫੈਮਿਲੀ ਤੇ ਕਰ ਵਗੈਰਾ ਲਗਾਇਆ ਜਾਂਦਾ ਸੀ, ਜਿਸ ਨਾਲ ਕੀ ਆ ਉਹ ਜਿਹੜੀਆਂ ਫੈਮਲੀਜ਼ ਆ ਉਹਨਾਂ ਦੇ ਕੋਲ ਪੈਸਾ ਨਹੀਂ ਹੁੰਦਾ ਸੀ ਤੇ ਉਹਨਾਂ ਦੀ ਜਿਹੜੀਆਂ ਫੈਮਲੀਜ਼ ਆ ਪੂਰੀ ਤਰ੍ਹਾਂ ਖਾਲੀ ਹੋ ਗਈਆਂ, ਠੀਕ ਹੈ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਬ੍ਰਿਟਿਸ਼ ਰੂਲ ਸੀ ਉਹਦੇ ਨਾਲ ਕੀ ਆ ਲਾਰਜ ਸਕੇਲ ਉੱਤੇ ਪਾਵਰਟੀ ਦਾ ਸਾਹਮਣਾ ਕਰਨਾ ਪੈ ਗਿਆ, ਠੀਕ ਹੈ। ਆਪਣੇ ਦੇਸ਼ ਵਿੱਚ ਸਥਿਰਤਾ ਆ ਗਈ, ਉਹਦੇ ਵਿੱਚ ਪਛੜਾਪਣ ਆ ਗਿਆ, ਠੀਕ ਹੈ। ਇਸ ਤੋਂ ਬਿਨਾਂ ਹੋਰ ਵੀ ਜਿਹੜੇ ਆਪਣੇ ਦੇਸ਼ ਦੇ ਇਕਨੋਮਿਕ ਰਿਸੋਰਸਿਸ ਸੀਗੇ ਉਹ ਖਤਮ ਹੋ ਗਏ। ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਵੀ ਕਰੂਸ਼ੀਅਲ ਇਕਨੋਮਿਕ ਚੈਲੰਜਸ ਐਟ ਦਾ ਟਾਈਮ ਆਫ ਇੰਡੀਪੈਂਡੈਂਸ। ਕਹਿੰਦੇ ਜਦੋਂ ਆਪਾਂ ਨੂੰ ਭਾਰਤ ਨੂੰ ਆਜ਼ਾਦੀ ਮਿਲੀ ਉਦੋਂ ਆਪਣੇ ਦੇਸ਼ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਠੀਕ ਹੈ। ਸਭ ਤੋਂ ਪਹਿਲਾਂ ਸੀ ਕਿ ਲੋ ਐਗਰੀਕਲਚਰ
ਆਊਟਪੁੱਟ ਜਿਹੜੀ ਆਪਣੇ ਐਗਰੀਕਲਚਰ ਦੀ ਆਊਟਪੁੱਟ ਸੀ ਉਹ ਬਹੁਤ ਜ਼ਿਆਦਾ ਘੱਟ ਸੀ, ਠੀਕ ਹੈ। ਫੂਡ ਗ੍ਰੇਨਸ ਜਿਹੜੇ ਇੰਪੋਰਟ ਕੀਤੇ ਜਾਣ ਲੱਗੇ। ਇਸ ਤੋਂ ਬਿਨਾਂ ਜਿਹੜੇ ਇੰਡਸਟਰੀ ਉਦਯੋਗੀਕਰਨ ਸੀ ਉਹਦਾ ਜਿਹੜੇ ਪ੍ਰੋਗਰੈਸ ਹੋ ਰਿਹਾ ਸੀ ਬਹੁਤ ਸਲੋ ਹੋ ਰਿਹਾ ਸੀ, ਅਤੇ ਜਿਹੜੇ ਹੈਂਡੀਕ੍ਰਾਫਟਸ ਆ, ਠੀਕ ਹੈ, ਅਤੇ ਕਾਟੇਜ ਇੰਡਸਟਰੀਜ਼ ਆ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕੀਆਂ ਸੀ। ਇਸ ਤੋਂ ਬਿਨਾਂ ਕੀ ਹੈ, ਜਿਹੜੇ ਨੈਸ਼ਨਲ ਇਨਕਮ ਬਹੁਤ ਜ਼ਿਆਦਾ ਘੱਟ ਸੀ, ਪ੍ਰਤੀ ਵਿਅਕਤੀ ਇਨਕਮ ਜਿਹੜੀ ਰਾਸ਼ਟਰੀ ਆਮਦਨ ਤੇ ਪਰ ਕੈਪੀਟਾ ਇਨਕਮ ਮਤਲਬ ਪ੍ਰਤੀ ਵਿਅਕਤੀ ਆਮਦਨ ਬਹੁਤ ਜ਼ਿਆਦਾ ਘੱਟ ਗਈ ਸੀ। ਇਸ ਤੋਂ ਬਿਨਾਂ ਜਿਹੜੀ ਇਕਨੋਮਿਕ ਗਰੋਥ ਆ ਉਹ ਵੀ ਬਹੁਤ ਜ਼ਿਆਦਾ ਉਹਦੀ ਦਰ ਘੱਟ ਗਈ ਸੀ। ਇਸ ਤੋਂ ਬਿਨਾਂ ਆਪਣੇ ਦੇਸ਼ ਵਿੱਚ ਵਾਈਡ ਸਪਰੈਡ ਮਤਲਬ ਅਨਇੰਪਲਾਇਮੈਂਟ ਬੇਰੁਜ਼ਗਾਰੀ ਪੂਰੀ ਤਰ੍ਹਾਂ ਫੈਲ ਚੁੱਕੀ ਸੀ, ਅਤੇ ਅੰਡਰ ਐਮਪਲਾਇਮੈਂਟ ਸੀ ਮਤਲਬ ਕਿਸੇ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਸੀ। ਇਸ ਤੋਂ ਬਿਨਾਂ ਹਾਈ ਇਨਫੈਂਟ ਮੋਰਟੈਲਿਟੀ ਰੇਟ ਮਤਲਬ ਜਿਹੜੀ ਮੌਤ ਦਰ ਸੀਗੀ, ਠੀਕ ਹੈ, ਬਾਲ ਮੌਤ ਦਰ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਬਹੁਤ ਜ਼ਿਆਦਾ ਵੱਧ ਸੀਗੀ। ਲੋ ਲਾਈਫ ਐਕਸਪੈਕਟੈਂਸੀ ਮਤਲਬ ਜਿਹੜੀ ਜੀਵਨ ਦੀ ਸੰਭਾਵਨਾ ਸੀ, ਜੀਵਨ ਜਿਉਣ ਦੀ ਸੰਭਾਵਨਾ ਸੀ ਉਹ ਵੀ ਬਹੁਤ ਜ਼ਿਆਦਾ ਘੱਟ ਸੀ। ਇਸ ਤੋਂ ਬਿਨਾਂ ਪੂਅਰ ਸਟੈਂਡਰਡ ਆਫ ਲਿਵਿੰਗ ਮਤਲਬ ਜਿਹੜਾ ਰਹਿਣ ਸਹਿਣ ਦਾ ਪੱਧਰ ਉਹ ਵੀ ਬਹੁਤ ਨੀਵਾਂ ਹੋ ਚੁੱਕਾ ਸੀ। ਇਸ ਤਰ੍ਹਾਂ ਆਪਣੇ ਦੇਸ਼ ਨੇ ਆਜ਼ਾਦੀ ਤੋਂ ਬਾਅਦ ਕੀ ਆ ਆਹ ਮੁਸੀਬਤਾਂ ਦਾ ਸਾਹਮਣਾ ਕੀਤਾ, ਚੁਣੌਤੀਆਂ ਦਾ ਸਾਹਮਣਾ ਕੀਤਾ। ਇਸ ਦੇ ਨਾਲ ਹੀ ਆਪਣਾ ਇਹ ਚੈਪਟਰ ਕੰਪਲੀਟ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।